ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਹਾਂ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਸਟੂਡੀਓ ਦਾ ਨੰਬਰ ਐਜ਼ ਯੂਜੂਅਲ 905 813 1320 905 813 1320 ਤੇ ਸਾਡੇ ਨਾਲ ਕੋਈ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਐਂਡ ਸਾਡੇ ਨਾਲ ਹੌਟਲਾਈਨ ਤੇ ਜੁੜ ਚੁੱਕੇ ਨੇ ਅਮਨ ਜੀ ਸਾਡੇ ਨਾਲ। ਉਸ ਤੋਂ ਪਹਿਲਾਂ ਦੱਸ ਦਈਏ ਕਿ ਗਿੱਲ ਟਰੱਕ ਟ੍ਰੇਲਰ ਰਿਪੇਅਰ ਦੇ ਗਿੱਲ ਬ੍ਰਦਰਜ਼ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਜੀ। ਗਿੱਲ ਬ੍ਰਦਰਜ਼ ਵੱਲੋਂ ਤੁਸੀਂ ਕਾਲ ਕਰ ਸਕਦੇ ਹੋ, ਤੁਹਾਡੇ ਟਰੱਕ ਦਾ ਕੋਈ ਵੀ ਟ੍ਰੇਲਰ ਦਾ ਕੋਈ ਵੀ ਰਿਪੇਅਰ ਕਰਾਉਣਾ ਚਾਹੁੰਦੇ ਹੋ। ਕਈ ਵਾਰੀ ਕੀ ਹੁੰਦਾ ਕਿ ਟਰੱਕ ਕਈ ਵਾਰੀ ਰਸਤੇ ਦੇ ਵਿੱਚ ਖੜਾ ਹੋ ਜਾਂਦਾ ਹੈ ਜੀ, ਐਂਡ ਤੁਹਾਨੂੰ ਇੱਕ ਸਾਥੀ ਦੀ ਜ਼ਰੂਰਤ ਹੁੰਦੀ ਹੈ ਟੂ ਫਿਕਸ ਯਰ ਟਰੱਕ। ਤਾਂ ਇੱਕੋ ਇੱਕ ਨਾਮ ਯਾਦ ਰੱਖਣਾ, ਗਿੱਲ ਟਰੱਕ ਟ੍ਰੇਲਰ ਰਿਪੇਅਰ ਦੇ ਗਿੱਲ ਬਾਈ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ 9054583455। ਬੈਡ ਬਾਥ ਐਂਡ ਡੈਕੋਰ ਵੱਲੋਂ ਇਸ ਗੱਲਬਾਤ ਨੂੰ ਸਪਾਂਸਰ ਕੀਤੀ ਜਾ ਰਹੀ ਹੈ, ਜਿੱਥੇ ਤੁਰਕੀ ਬਾਣੀ ਰੇਡੀਓ ਜੋ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਕੱਢੇ ਜਾਣਗੇ। ਕਾਫੀ ਬਲੈਂਕਟਸ ਅਤੇ ਕੰਬਲ ਵੀ ਕੱਢੇ ਜਾਣਗੇ ਬੈਡ ਬਾਥ ਡੈਕੋਰ ਵੱਲੋਂ। ਜੌਲ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਅਗਰ ਆਪਣੇ ਆਪ ਨੂੰ ਯੰਗ you want to feel young ਤਾਂ ਮਦਰ ਇੰਡੀਆ ਹਰਬਲ ਸ਼ੈਂਪੂ ਜੋ ਕਿ 7 ਮਿੰਟਾਂ ਦੇ ਵਿੱਚ ਤੁਹਾਡੇ ਵਾਲ ਕਾਲੇ ਕਰ ਦਿੰਦਾ ਹੈ ਜੀ। ਐਂਡ ਕੋਈ ਵੀ ਤਰ੍ਹਾਂ ਦਾ ਦਾਗ ਨਹੀਂ ਹੋਵੇਗਾ ਤੁਹਾਡੇ ਮੱਥੇ 'ਤੇ, ਤੁਹਾਡੇ ਬੋਡੀ ਦੇ ਉੱਤੇ, ਅਤੇ ਟੱਬ ਦੇ ਉੱਤੇ ਤਾਂ ਜਮਾ ਹੀ ਨਹੀਂ ਦਾਗ ਹੋਵੇਗਾ। ਤੁਸੀਂ ਕਾਲ ਕਰ ਸਕਦੇ ਹੋ ਬੈਡ ਬਾਥ ਐਂਡ ਡੈਕੋਰ ਨੂੰ, 25 ਚੈਰੀ ਕ੍ਰੈਸਟ ਡਰਾਈਵ। ਫੋਨ ਨੰਬਰ 647 267 4644। ਅਮਨ ਜੀ, ਅ ਵੈਰੀ ਗੁੱਡ ਮਾਰਨਿੰਗ, ਤੁਹਾਡੀ ਈਵਨਿੰਗ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਵਿਸ਼ ਨਹੀਂ ਕਰ ਪਾਇਆ, ਬਟ ਰੰਗਲਾ ਪੰਜਾਬ ਦੇ 24 ਸਾਲਾ ਜੋ ਐਨੀਵਰਸਰੀ ਕੱਲ ਮਨਾਈ, ਤੁਹਾਨੂੰ ਬਹੁਤ ਸਾਰੀ ਮੁਬਾਰਕਾਂ। ਸ਼ੁਕਰੀਆ ਜੀ, ਸਾਰੇ ਯਾਰ ਪਰਿਵਾਰ ਨੂੰ। ਮੈਂ ਤਾਂ ਦਿਲਬਾਗ ਜੀ ਨੂੰ ਕਹਿੰਦੀ ਹੁੰਦੀ ਹਾਂ ਕਿ ਤੁਸੀਂ 16-17 ਸਾਲ ਤੋਂ ਮੈਨੂੰ ਬਰਦਾਸ਼ਤ ਕਰਦੇ ਆ ਰਹੇ ਆ, ਉਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ ਸੋ ਮਚ। ਤੁਹਾਡੇ ਨਿਊਜ਼ ਐਂਡ ਵਿਊਜ਼ ਸਾਰੇ ਜਿੰਨੇ ਵੀ ਦਰਸ਼ਕ ਨੇ, ਸਰੋਤੇ ਨੇ, ਪਸੰਦ ਕਰਦੇ ਨੇ, ਐਂਡ ਥੈਂਕ ਯੂ ਸੋ ਮਚ, ਤੁਸੀਂ ਵੀ ਪਾਰਟ ਆਫ ਦਾ ਫੈਮਿਲੀ ਹੋ। ਸੋ ਆਓ ਫਿਰ ਸ਼ੁਰੂਆਤ ਕਰੀਏ। ਅਮਨ ਜੀ, ਅੱਜ ਦੇ ਦੌਰਾਨ ਦੇ ਵਿੱਚ ਬਸ ਇੱਕੋ ਹੀ ਨਿਊਜ਼ ਚਰਚਾ ਦੇ ਵਿੱਚ, ਉਹ ਹੈ ਕਰੋਨਾ ਕਰੋਨਾ ਕਰੋਨਾ। ਜਿਹੜੇ ਵੀ ਮੇਜਰ ਨਿਊਜ਼ ਹੈ ਉਹ ਵੀ ਸਾਈਡ ਤੇ ਹੋ ਚੁੱਕੇ ਨੇ, ਬਟ ਕਰੋਨਾ ਤੇ ਫੋਕਸ ਕੀਤਾ ਜਾ ਰਿਹਾ ਹੈ। ਐਂਡ ਸੁਣਨ ਚ ਆਇਆ ਕਿ ਸੁਪਰੀਮ ਕੋਰਟ ਜੀ ਨਾਰਾਜ਼ ਹੈ। ਕੀ ਖਬਰ ਹੈ ਅਮਨ ਜੀ? ਜੀ, ਭਾਰਤ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਮਰੀਜ਼ਾਂ ਦੀ ਗਿਣਤੀ ਤੇ ਵਧ ਹੀ ਰਹੀ ਆ, ਪਰ ਪੂਰੇ ਦਾ ਪੂਰਾ ਅਰਸ਼ ਜੀ ਜਿਹੜਾ ਸਾਡਾ ਸਿਹਤ ਸਿਸਟਮ ਆ, ਸਿਹਤ ਦੀ ਜਿਹੜੀ ਵਿਵਸਥਾ ਕਰਨੀ ਸੀ, ਸਿਹਤ ਸਹੂਲਤਾਂ ਲੋਕਾਂ ਨੂੰ ਦੇਣੀਆਂ ਸੀ, ਉਹ ਪੂਰੀ ਤਰ੍ਹਾਂ ਝਰਮਰਾਇਆ ਹੋਇਆ। ਕੋਈ ਕੰਮ ਢੰਗ ਦਾ ਨਹੀਂ ਹੋ ਰਿਹਾ। ਬਹੁਤ ਸਾਰੀਆਂ ਸ਼ਿਕਾਇਤਾਂ ਲੋਕ ਸੋਸ਼ਲ ਮੀਡੀਆ ਦੇ ਉੱਤੇ ਲੈ ਕੇ ਆਏ। ਉਹ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਕਿ ਸਾਨੂੰ ਆਕਸੀਜਨ ਨਹੀਂ ਮਿਲ ਰਹੀ, ਸਾਨੂੰ ਬੈੱਡ ਨਹੀਂ ਮਿਲ ਰਹੇ, ਦਵਾਈ ਨਹੀਂ ਮਿਲ ਰਹੀ, ਵੈਕਸੀਨ ਨਹੀਂ ਸਾਨੂੰ ਮਿਲ ਰਹੀ, ਉਹ ਲੋਕਾਂ ਨੇ ਸ਼ਿਕਾਇਤ ਕੀਤੀ ਸੋਸ਼ਲ ਮੀਡੀਆ ਦੇ ਉੱਤੇ। ਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਮਾਮਲੇ ਆਉਣੇ ਸ਼ੁਰੂ ਹੋ ਗਏ ਕਿ ਸਰਕਾਰਾਂ ਨੇ ਨਾਰਾਜ਼ਗੀ ਪ੍ਰਗਟਾਈ ਕਿ ਜੇ ਕਿਸੇ ਨੇ ਸੋਸ਼ਲ ਮੀਡੀਆ ਤੇ ਸਾਡੀ ਵਿਵਸਥਾ ਤੇ ਸਵਾਲ ਕਰਦਿਆਂ ਕੋਈ ਟਿੱਪਣੀ ਕੀਤੀ ਤਾਂ ਅਸੀਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਇੱਕ ਤੇ ਤੁਸੀਂ ਗਲਤੀਆਂ ਕਰੋ, ਖਾਮੀਆਂ ਕਰੋ, ਜੇ ਕੋਈ ਤੁਹਾਨੂੰ ਤੁਹਾਡੀਆਂ ਖਾਮੀਆਂ ਦਿਖਾ ਰਿਹਾ ਤੇ ਫਿਰ ਸਰਕਾਰ ਜਿਹੜੀ ਆ ਉਹ ਖਾਮੀਆਂ ਦੂਰ ਕਰਨ ਦੀ ਬਜਾਏ ਉਲਟਾ ਧਮਕੀ ਦੇਵੇ ਕਿ ਅਸੀਂ ਫਿਰ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗੇ, ਪਰਚੇ ਦਰਜ ਕਰਾਂਗੇ। ਇਹਨਾਂ ਮਾਮਲਿਆਂ ਦਾ ਨੋਟਿਸ ਲਿਆ ਸੁਪਰੀਮ ਕੋਰਟ ਨੇ। ਇੱਕ ਤੇ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਕੋਈ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਮੰਚ ਦੇ ਉੱਤੇ ਜਾ ਕੇ ਸਾਨੂੰ ਸਾਡੀਆਂ ਖਾਮੀਆਂ ਦਿਖਾਉਂਦਾ, ਸਾਡਾ ਸ਼ੀਸ਼ਾ ਦਿਖਾਉਂਦਾ ਸਾਨੂੰ ਕਿ ਤੁਸੀਂ ਆਹ ਗਲਤੀਆਂ ਕਰ ਰਹੇ ਹੋ, ਆਹ ਨਲਾਇਕੀਆਂ ਨੇ, ਆਹ ਕਮੀਆਂ ਨੇ, ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ। ਦੂਸਰੀ ਗੱਲ ਜਿਹੜੀ ਉਹਨਾਂ ਨੇ ਸੁਪਰੀਮ ਕੋਰਟ ਨੇ ਕਹੀ ਆ, ਜਿਹੜੀ ਵੈਕਸੀਨੇਸ਼ਨ ਨੂੰ ਲੈ ਕੇ, ਕੱਲ 1 ਮਈ ਤੋਂ ਸਾਡੇ 18 ਤੋਂ 44 ਸਾਲ ਦੀ ਉਮਰ ਦੇ ਵਰਗ ਨੂੰ ਸਾਰੇ ਦੇ ਸਾਰੇ ਦੇਸ਼ ਦੇ ਵਿੱਚ ਵੈਕਸੀਨੇਸ਼ਨ ਹੋਣੀ ਸੀ, ਪਰ ਬਹੁਤ ਸਾਰੀਆਂ ਸਟੇਟਾਂ ਨੇ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲੇ ਲੋੜੀਂਦੀ ਮਾਤਰਾ ਦੇ ਵਿੱਚ ਟੀਕੇ ਹੀ ਨਹੀਂ ਪਹੁੰਚੇ ਹੋਏ, ਖੁਰਾਕ ਸਾਨੂੰ ਨਹੀਂ ਮਿਲੀ ਹੋਈ, ਅਸੀਂ ਕੱਲ ਨੂੰ ਵੈਕਸੀਨੇਸ਼ਨ ਨਹੀਂ ਸਟਾਰਟ ਕਰ ਰਹੇ। ਸਾਫ਼ ਸ਼ਬਦਾਂ ਦੇ ਵਿੱਚ ਮੀਡੀਆ 'ਚ ਆ ਕੇ ਮੁੱਖ ਮੰਤਰੀ ਕਹਿ ਰਹੇ ਆ, ਜਾਂ ਸਿਹਤ ਮੰਤਰੀ ਆ ਕੇ ਕਹਿ ਰਹੇ ਆ, ਪੱਤਰਕਾਰ ਆ ਕੇ ਕਹਿ ਰਹੇ ਆ ਕਿ ਲੋਕ ਸੈਂਟਰਾਂ ਦੇ ਵਿੱਚ ਨਾ ਜਾਣ, ਭੀੜਾਂ ਇਕੱਠੀਆਂ ਨਾ ਕਰਨ, ਕੱਲ ਤੋਂ ਟੀਕੇ ਨਹੀਂ ਲੱਗ ਰਹੇ। ਉਹਦੇ 'ਚ ਪੰਜਾਬ ਵੀ ਆ ਤੇ ਉਹਦੇ 'ਚ ਦਿੱਲੀ ਵੀ ਆ। ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜਿਹੜੀਆਂ ਕੰਪਨੀਆਂ ਵੈਕਸੀਨ ਬਣਾ ਰਹੀਆਂ ਨੇ, ਤੁਸੀਂ ਜਨਤਕ ਫੰਡ ਦੇ ਵਿੱਚੋਂ ਉਹਨਾਂ ਕੰਪਨੀਆਂ ਨੂੰ ਪੈਸੇ ਦੇ ਰਹੇ ਆ, ਫਿਰ ਉਹ ਕੰਪਨੀਆਂ ਸੂਬਿਆਂ ਨੂੰ ਵੱਖਰੇ ਰੇਟ ਤੇ, ਪ੍ਰਾਈਵੇਟ ਹਸਪਤਾਲਾਂ ਨੂੰ ਵੱਖਰੇ ਰੇਟ ਤੇ, ਸੈਂਟਰ ਗਵਰਨਮੈਂਟ ਨੂੰ ਵੱਖਰੇ ਰੇਟ ਤੇ ਵੈਕਸੀਨ ਕਿਉਂ ਦੇ ਰਹੀ ਆ? ਸੈਂਟਰ ਗਵਰਨਮੈਂਟ ਜਿਹੜੀ ਆ, ਕੇਂਦਰ ਸਰਕਾਰ ਜਿਹੜੀ ਆ, ਉਹ ਕਿਉਂ ਨਹੀਂ ਉਹਨਾਂ ਤੋਂ ਵੈਕਸੀਨ ਲੈਂਦੀ? ਆਪ ਜਾ ਕੇ ਸਟੇਟ ਜਿਹੜੀ ਸੈਂਟਰ ਗਵਰਨਮੈਂਟ ਆ, ਜੇ ਉਹ ਪੈਸੇ ਦੇ ਰਹੀ ਆ ਕੰਪਨੀਆਂ ਨੂੰ, ਤੇ ਉਹ ਆਪ ਹੀ ਵੈਕਸੀਨ ਖਰੀਦੇ, ਆਪ ਹੀ ਸਟੇਟਾਂ ਨੂੰ ਜਾਂ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਤੌਰ ਦੇ ਉੱਤੇ ਉਹ ਵੈਕਸੀਨ ਵੰਡੇ, ਜਿਹੜੀ ਸਟੇਟ ਨੂੰ ਜਿੰਨੀ ਲੋੜ ਆ ਉਨੀ ਉਹ ਮੁਹੱਈਆ ਕਰਵਾਵੇ। ਇਹ ਵੱਖਰਾ ਵੱਖਰਾ ਰੇਟ ਕਿਉਂ? ਫਿਰ ਤੁਸੀਂ
ਇੱਕ ਆਕਸੀਜਨ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਟਿੱਪਣੀ ਸੁਪਰੀਮ ਕੋਰਟ ਨੇ ਕੀਤੀ ਜੀ, ਨਾਰਾਜ਼ਗੀ ਜ਼ਾਹਰ ਕੀਤੀ ਕਿ ਜਿਹੜੀਆਂ ਸਟੇਟਾਂ ਜਿੰਨੀ ਆਕਸੀਜਨ ਮੰਗ ਰਹੀਆਂ ਉਹਨਾਂ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਦੇ ਰਹੇ ਆ। ਦਿੱਲੀ ਨੂੰ ਜ਼ਿਆਦਾ ਲੋੜ ਸੀ, ਦਿੱਲੀ ਨੂੰ ਨਹੀਂ ਦੇ ਰਹੇ। ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਮਹਾਰਾਸ਼ਟਰ, ਛੱਤੀਸਗੜ੍ਹ ਹੋ ਗਿਆ, ਇਹਨਾਂ ਸਟੇਟਾਂ ਨੂੰ ਲੋੜ ਤੋਂ ਜ਼ਿਆਦਾ ਤੁਸੀਂ ਆਕਸੀਜਨ ਮੁਹੱਈਆ ਕਰਵਾ ਰਹੇ ਆ। ਇਹ ਕਿਉਂ? ਕਿ ਦਿੱਲੀ ਨਾਲ ਇਹ ਵਿਤਕਰਾ ਕਿਉਂ? ਇਹੋ ਜਿਹੇ ਤਿੱਖੇ ਸਵਾਲ ਸੁਪਰੀਮ ਕੋਰਟ ਨੇ ਕੀਤੇ ਆ। 10 ਮਈ ਨੂੰ ਹੁਣ ਫਿਰ ਕਾਰਵਾਈ ਹੋਣੀ ਆ, ਦੇਖੋ ਕੀ ਜਵਾਬ ਮਿਲਦਾ। ਪਰ ਹਾਲਾਤ ਵਾਕਈ ਬਹੁਤ ਮਾੜੇ ਆ। ਡਾਕਟਰ ਨਹੀਂ ਹੈ। ਅੱਜ ਸਵੇਰੇ ਜਿਹੜੀ ਇੱਕ ਖਬਰ ਆਈ ਸੀ ਕਿ ਸਾਡੇ ਇੱਕ ਡਾਕਟਰ ਨੇ, ਮੈਨੂੰ ਪੂਰਾ ਨਾਮ ਭੁੱਲ ਗਿਆ, ਡਾਕਟਰ ਸ਼ੈਟੀ ਕਰਕੇ ਨੇ, ਉਹਨਾਂ ਨੇ ਕਿਹਾ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ 5 ਲੱਖ ਮਰੀਜ਼ ਰੋਜ਼ ਦੇ ਸਾਡੇ ਸਾਹਮਣੇ ਆਇਆ ਕਰਨਗੇ। 5 ਲੱਖ ਮਰੀਜ਼। ਅੱਜ 3,86,000 ਤੋਂ ਜ਼ਿਆਦਾ ਦੀ ਗਿਣਤੀ ਸੀ 24 ਘੰਟਿਆਂ ਦੀ। ਜਦੋਂ ਇਹੋ ਜਿਹੇ ਹਾਲਾਤ ਹੋ ਗਏ ਤੇ ਸਾਡੇ ਕੋਲ ਤੇ ਪ੍ਰੋਪਰ ਬੈੱਡ ਤੇ ਆਕਸੀਜਨ ਦੀ ਗੱਲ ਤੇ ਦੂਰ, ਸਾਡੇ ਕੋਲ ਤੇ ਮੈਡੀਕਲ ਸਟਾਫ ਹੀ ਨਹੀਂ ਹੈ। ਨਰਸਾਂ ਸਾਡੇ ਕੋਲ ਨਹੀਂ, ਡਾਕਟਰ ਸਾਡੇ ਕੋਲ ਨਹੀਂ, ਪੈਰਾਮੈਡੀਕਲ ਸਟਾਫ ਸਾਡੇ ਕੋਲ ਨਹੀਂ। ਸਾਨੂੰ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸਟਾਫ ਭਰਤੀ ਕਰਨਾ ਪੈਣਾ। ਅੱਜ ਸੁਪਰੀਮ ਕੋਰਟ ਨੇ ਵੀ ਇਹ ਗੱਲ ਧਿਆਨ 'ਚ ਦਿੱਤੀ ਆ ਕਿ ਜਿਹੜੇ ਡਾਕਟਰ ਤੇ ਨਰਸਾਂ ਜਾਂ ਪੈਰਾਮੈਡੀਕਲ ਸਟਾਫ ਆ ਉਹ ਲਗਾਤਾਰ ਕਿੰਨੇ ਘੰਟੇ ਕਿੰਨੇ ਦਿਨ ਆਪਣੀ ਡਿਊਟੀ ਦੇ ਰਿਹਾ, ਉਹ ਵੀ ਬਿਮਾਰ ਹੋ ਰਹੇ ਨੇ। ਉਹਨਾਂ ਨੂੰ ਰੈਸਟ ਦੀ ਵੀ ਲੋੜ ਆ। ਅਸੀਂ ਜਿਹੜੇ ਹੋਰ ਮੈਡੀਕਲ ਦੇ ਸਟੂਡੈਂਟ ਨੇ ਜਿਹੜੇ ਜਾਂ ਨਰਸਿੰਗ ਕਰਦੇ ਨੇ, ਉਹਨਾਂ ਦੀਆਂ ਸੇਵਾਵਾਂ ਅਸੀਂ ਕਿਉਂ ਨਹੀਂ ਲੈ ਰਹੇ? ਉਹਨਾਂ ਨੂੰ ਟ੍ਰੇਨਿੰਗ ਕਿਉਂ ਨਹੀਂ ਦੇ ਰਹੇ ਕਿ ਹਾਲਾਤ ਥੋੜੇ ਜਿਹੇ ਤਾਂ ਕੰਟਰੋਲ 'ਚ ਹੋਣ? ਅਸਲ ਦੇ ਵਿੱਚ ਸਿਰਫ ਤੇ ਸਿਰਫ ਸਿਆਸੀ ਬਿਆਨਬਾਜ਼ੀ ਹੋ ਰਹੀ ਆ। ਹਾਲਾਤ ਨੂੰ ਸੁਧਾਰਨ ਵਾਸਤੇ ਕਿਸੇ ਵੀ ਖੱਲ ਖੂੰਜੇ ਦੇ ਵਿੱਚ ਹਾਲੇ ਤੱਕ ਕੋਈ ਵੱਡਾ ਉਪਰਾਲਾ, ਠੋਸ ਉਪਰਾਲਾ ਨਹੀਂ ਕੀਤਾ ਗਿਆ। ਸਿਰਫ ਗੱਲਾਂ ਹੀ ਹੋਈਆਂ ਨੇ। 905 813 1320 ਹੈ ਨਾਮ ਜੀ। ਬਿਲਕੁਲ ਤੁਸੀਂ ਠੀਕ ਕਿਹਾ ਜੀ। ਵੱਖ-ਵੱਖ ਕੰਟਰੀਜ਼ ਵੀ ਡੋਨੇਸ਼ਨਸ ਕਰ ਰਹੀਆਂ ਨੇ ਇੰਡੀਆ ਨੂੰ ਲੈ ਕੇ, ਜਾਂ ਆਕਸੀਜਨ ਨੂੰ ਲੈ ਕੇ। ਉਹ ਪੈਸਾ ਕਿੱਥੇ ਜਾ ਰਿਹਾ, ਉਹ ਫੰਡਸ ਕਿੱਥੇ ਜਾ ਰਿਹਾ? ਇਹ ਵੀ ਸਵਾਲ ਕਾਫੀ ਵੱਡਾ ਹੈ ਜੀ। ਅਗਰ ਸਾਡੇ ਜਿਹੜੇ ਕੰਟਰੀਜ਼ ਬਹੁਤ, ਦੇਖੋ ਇਨਸਾਨੀਅਤ ਦੇ ਨਾਤੇ ਹਰ ਕੋਈ ਮਦਦ ਕਰਦਾ। ਭਾਰਤ ਨੇ ਵੀ ਕੀਤੀ, ਵੈਕਸੀਨ ਬਣਾਈ, ਜਿੰਨਾ ਮੁਲਕਾਂ ਨੂੰ ਲੋੜ ਸੀ ਭਾਰਤ ਨੇ ਵੀ ਦਿੱਤੀ। ਭਾਰਤ ਨੂੰ ਹੁਣ ਪੈਸੇ ਮਿਲ ਰਹੇ ਆ, ਹੋਰ ਸਮਾਨ ਮਿਲ ਰਿਹਾ। ਪਰ ਵਿਦੇਸ਼ਾਂ ਦੇ ਵਿੱਚ ਜਿਹੜਾ ਵੱਡੇ ਮੀਡੀਆ ਅਦਾਰੇ ਆ ਉਹ ਸਵਾਲ ਵੀ ਕਰ ਰਹੇ ਆ ਕਿ ਤੁਸੀਂ ਇੱਕ ਪਾਸੇ ਲੋਕ ਤੁਹਾਡੇ ਆਕਸੀਜਨ ਤੇ ਦਵਾਈ ਜਾਂ ਵੈਕਸੀਨ ਦੀ ਕਮੀ ਨਾਲ ਮਰ ਰਹੇ ਆ, ਦੂਜੇ ਪਾਸੇ ਤੁਸੀਂ IPL ਦੇ ਮੈਚ ਕਰਵਾ ਰਹੇ ਹੋ। ਬਿਲਕੁਲ ਕਾਫੀ ਵੱਡਾ ਕੁਐਸਚਨ ਹੈ ਇਸ ਦੇ ਵਿੱਚ। ਮੇਲਾ ਲੱਗਿਆ ਹੋਇਆ, ਰੈਲੀਆਂ ਹੋ ਰਹੀਆਂ। ਅੱਜ ਸਾਡੇ ਦੇਖੋ, ਅਸੀਂ ਕੁੰਭ ਦੇ ਮੇਲੇ ਤੇ ਤਾਂ ਸਵਾਲ ਕਰਦੇ ਆ, ਸਾਡੇ ਨਗਰ ਕੀਰਤਨ ਹੋਇਆ, ਬਹੁਤ ਵੱਡਾ ਇਕੱਠ ਸੀ ਜੀ। ਸਾਨੂੰ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲ ਕਰਨਾ ਬਣਦਾ। ਸਾਡੇ ਕਿਸਾਨ ਜਿਹੜੇ ਉਹ ਸਾਫ਼ ਮਨਾ ਕਰ ਰਹੇ ਆ ਧਰਨਿਆਂ ਦੇ ਵਿੱਚ ਬੈਠੇ ਕਿ ਅਸੀਂ ਕੋਈ ਟੈਸਟਿੰਗ ਨਹੀਂ ਕਰਾਉਣੀ, ਅਸੀਂ ਕੋਈ ਵੈਕਸੀਨੇਸ਼ਨ ਨਹੀਂ ਕਰਾਉਣੀ। ਜਿੱਥੇ ਕੁਝ ਇਨਸਾਨ ਦੀ ਜਾਨ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ, ਜਿੱਥੇ ਵੀ ਕੁਝ ਸਾਨੂੰ ਸਵਾਲ ਖੜੇ ਕਰਨ ਵਾਲਾ ਲੱਗਦਾ, ਸਾਨੂੰ ਸਵਾਲ ਕਰਨੇ ਚਾਹੀਦੇ ਨੇ। ਜੇ ਪੁਲਿਸ ਲਾਠੀ ਚਾਰਜ ਵੀ ਕਰਦੀ ਹੈ ਤਾਂ ਸਵਾਲ, ਜੇ ਕੋਈ ਵੀ ਐਕਸ਼ਨ ਲਿਆ ਜਾਂਦਾ ਹੈ ਤਾਂ ਸਵਾਲ। ਸਾਡੇ ਜਿਹੜੇ ਵੀ ਉੱਥੇ ਭਾਰਤ ਦੇ ਜਿਹੜੇ ਲੋਕ ਨੇ, ਅਸੀਂ ਰਿਸਪੈਕਟ ਕਰਦੇ ਹਾਂ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਗੱਲ ਨੂੰ ਕਿ ਘਰ ਬੈਠੇ ਰਹੋ। ਜੇ ਘਰ ਨਹੀਂ ਬੈਠੋਗੇ, ਤੁਹਾਡਾ ਇਹ ਜਿਹੜਾ ਧਰਨੇ ਲੱਗ ਰਹੇ, ਇਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਬਾਅਦ ਚੋਂ, ਇਹਦਾ ਕੋਈ ਮੁੱਲ ਹੀ ਨਹੀਂ ਮਿਲਣਾ। ਇੱਥੋਂ ਤੱਕ ਅਰਸ਼ ਜੀ, ਸਾਡੀਆਂ ਅਦਾਲਤਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਧਰਨੇ ਤੁਸੀਂ ਇੱਕ ਪਿੰਡ ਵਾਂਗੂ, ਤੁਸੀਂ ਕਿਹਾ ਕਿ ਸਾਡਾ ਪਿੰਡ ਆ, ਅਸੀਂ ਪਿੰਡ ਚੋਂ ਬਾਹਰ ਨਹੀਂ ਜਾਵਾਂਗੇ, ਹੋਰ ਲੋਕ ਨਾ ਆਉਣ ਤੇ ਤੁਹਾਡੇ ਧਰਨੇ ਚ ਲੋਕ ਬਾਹਰ ਨਾ ਜਾਣ। ਚਲੋ ਜੇ ਆ ਜਾਣ, ਜੀ ਉਹ ਟੈਸਟਿੰਗ ਦੀ ਸਹੂਲਤ ਦੇ ਰਹੇ ਆ, ਵੈਕਸੀਨੇਸ਼ਨ ਦੀ ਸਹੂਲਤ ਦੇ ਰਹੇ ਆ, ਸਰਕਾਰ ਤੇ ਪ੍ਰਸ਼ਾਸਨ ਮਿਲ ਕੇ, ਤੁਸੀਂ ਕਿਉਂ ਨਹੀਂ ਲਵਾ ਰਹੇ? ਦੂਜੇ ਪਾਸੇ ਕੁਝ ਆਗੂ ਕਹਿ ਰਹੇ ਆ ਕਿ ਅਸੀਂ ਟੈਸਟ ਵੀ ਕਰਾਵਾਂਗੇ, ਵੈਕਸੀਨੇਸ਼ਨ ਵੀ ਲਵਾਵਾਂਗੇ। ਪਰ ਸਾਡੇ ਪੰਜਾਬ ਚ ਵੱਡੀ ਗਿਣਤੀ ਕਿਸਾਨ ਆਗੂਆਂ ਨੇ ਕਿਹਾ ਕਿ ਕੋਈ ਕਰੋਨਾ ਨਹੀਂ ਹੈ, ਕੋਈ ਵੈਕਸੀਨੇਸ਼ਨ ਨਹੀਂ, ਅਸੀਂ ਨਹੀਂ ਲਵਾਉਣੀ, ਨਾ ਅਸੀਂ ਕੋਈ ਟੈਸਟ ਕਰਾਉਣਾ। ਤੇ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਕਰੋਨਾ ਕੁਝ ਨਹੀਂ ਹੈ, ਇਹ ਸਰਕਾਰਾਂ ਦੀ ਹੀ ਪੈਦਾ ਕੀਤੀ ਹੋਈ ਸ਼ੈ ਆ। ਪਰ ਜਿਹੜੇ ਇੰਨੇ ਲੋਕ ਮਰ ਰਹੇ ਆ ਹਰ ਰੋਜ਼, ਇੱਕ ਸ਼ਾਨ ਘਾਟ ਦੇ ਵਿੱਚ ਇੱਕ ਦਿੱਲੀ ਦੀ ਖਬਰ ਸੀਗੀ ਕਿ ਅੱਗੇ 8,000 ਤੋਂ 9,000 ਕੁਇੰਟਲ ਕਿਲੋ ਲੱਕੜ ਲੱਗਦੀ ਸੀ। ਸੌਰੀ, 8,000 ਤੋਂ 9,000 ਕਿਲੋ ਲੱਕੜ ਲੱਗਦੀ ਸੀ। ਲੱਕੜ ਵੀ ਮਹਿੰਗੀ ਕਿੰਨੀ ਹੋ ਗਈ ਹੋਣੀ ਅੱਜ? ਉੱਥੇ ਲੱਕੜ ਕਿੰਨੀ ਮਹਿੰਗੀ ਨਹੀਂ ਮਿਲ ਰਹੀ, ਹੁਣ 80,000 ਤੋਂ 90,000 ਹੋ ਗਈ ਜੀ। which is and 80,000 ਤੋਂ 90,000 ਕਿਲੋ ਲੱਕੜ ਦੀ ਜ਼ਰੂਰਤ ਪੈ ਰਹੀ ਹੈ। ਜਿਹੜੀਆਂ ਬਿਜਲੀ ਦੀਆਂ ਭੱਠੀਆਂ ਉਹ ਵੱਖਰੀਆਂ, ਜਿਹੜੇ ਦਫਨਾਏ ਜਾ ਰਹੇ ਆ ਉਹ ਵੱਖਰੇ। ਕਾਫੀ ਵੀਡੀਓਜ਼ ਅਮਨ ਜੀ, ਕਾਫੀ ਵੀਡੀਓਜ਼ ਕਿੱਦਾਂ ਕਹਿ ਸਕਦੇ ਆ ਕਿ ਇਹ ਅਸਲ ਦੇ ਵਿੱਚ ਜਿਹੜਾ ਸਾਡਾ ਮੇਨ ਮੋਢੀ ਹਾਕਮ ਆ, ਜਦੋਂ ਸਾਡਾ ਪ੍ਰਧਾਨ ਮੰਤਰੀ ਹੀ ਕਰੋਨਾ ਵੇਲੇ ਦੇ ਵਿੱਚ ਜਾ ਕੇ ਰੈਲੀਆਂ ਕਰ ਰਿਹਾ, ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਇਕੱਠੇ ਕਰ ਰਿਹਾ, ਤੇ ਫਿਰ ਬਾਕੀ ਲੋਕਾਂ ਨੇ ਤੇ ਕਹਿਣਾ ਹੀ ਆ ਨਾ ਕਿ ਕਰੋਨਾ ਕੋਈ ਸ਼ੈ ਹੈ ਹੀ ਨਹੀਂ। ਇਹਨੂੰ ਕਹਿੰਦੇ ਅਨਐਜੂਕੇਟਿਡ, ਸਿੰਪਲ ਜੀ ਗੱਲ ਹੈ ਜੀ। ਬਿਲਕੁਲ ਅਨਪੜ੍ਹਤਾ ਨੇ ਸਾਨੂੰ ਬਰਬਾਦ ਕੀਤਾ ਹੋਇਆ। ਸਾਡਾ ਸ਼ੁਰੂ ਤੋਂ ਹੀ ਨੁਕਸਾਨ ਇਸੇ ਕਰਕੇ ਹੋ ਰਿਹਾ। ਸਾਡੇ ਕੋਲੇ ਸਭ ਤੋਂ ਜ਼ਿਆਦਾ ਯੂਥ ਪਾਵਰ ਸੀ,
ਸਭ ਤੋਂ ਜ਼ਿਆਦਾ ਜੀ ਬਿਲਕੁਲ ਉਹਨੂੰ ਵਰਤਿਆ ਕਿੱਥੇ ਬਿਲਕੁਲ ਭਗਤ ਬਣਾਉਣ 'ਚ 905-813-1320 9058131320 ਕੁਟਾਲਾ ਗਰੁੱਪ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ। ਤੁਸੀਂ ਗ੍ਰੋਸ ਮੰਥਲੀ ਇਨਕਮ ਕਮਾਉਣਾ ਚਾਹੁੰਦੇ ਹੋ ਜੀ $10,000 ਪ੍ਰਤੀ ਮਹੀਨਾ। ਕਹਿੰਦੇ ਕੰਮ ਜਿੰਨਾ ਮਰਜ਼ੀ ਕਰੋ, ਡਬਲ ਸ਼ਿਫਟ ਲਗਾਉਣਾ ਚਾਹੁੰਦੇ ਹੋ, ਟ੍ਰਿਪਲ ਸ਼ਿਫਟ ਲਗਾਉਣਾ ਚਾਹੁੰਦੇ ਹੋ ਤਾਂ ਕੁਟਾਲਾ ਗਰੁੱਪ ਨੂੰ ਕਾਲ ਕਰ ਸਕਦੇ ਹੋ 9056292405 9056292409। ਕਾਰ ਦੀ ਵਪਾਰ ਦੀ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਕਮਰਸ਼ੀਅਲ ਅਦਾਰੇ ਦੀ ਤਾਂ ਐਕਸਲ ਇੰਸ਼ੋਰੈਂਸ ਦੇ ਸਰਬਜੀਤ ਸੈਣੀ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਜੀ 6479987114। ਸਵੀਟ ਮਹਿਲ ਦੇ ਸੁਖਰਾਜ ਬਾਈ ਜੀ ਵੱਲੋਂ ਇਸ ਖਬਰਾਂ ਦਾ ਨਿਊਜ਼ ਬੁਲੇਟਿਨ ਤੁਸੀਂ ਸੁਣ ਰਹੇ ਹੋ, ਸਪਾਂਸਰ ਕਰ ਰਹੇ ਹਨ 680 ਡੈਕਸਟਰ ਬੁਲੇਵਾਰਡ ਹਾਈਵੇ 27 ਤੇ ਸਥਿਤ ਡਾਈਨ ਇਨ ਤਾਨੀ ਬਟ ਟੇਕਆਊਟ ਜ਼ਰੂਰ ਇਹਨਾਂ ਦਾ ਟਰਾਈ ਕਰ ਸਕਦੇ, ਥਾਲੀ ਜ਼ਰੂਰ ਟਰਾਈ ਕਰਨਾ ਜੀ, ਵੈਜ ਨॉन ਵੈਜ ਮਿਕਸ ਮਿਠਾਈਆਂ ਲੈਣਾ ਚਾਹੁੰਦੇ ਹੋ, ਮਿਠਾਈਆਂ ਦਾ ਮਹਿਲ ਸਵੀਟ ਮਹਿਲ 4166799191। ਅਮਨ ਜੀ ਜਿਹੜੀ ਅਗਲੀ ਖਬਰ ਕਿਹਾ ਜਾ ਰਿਹਾ ਹੈ ਕਿ ਕੁਨਵਰ ਵਿਜੇ ਨੂੰ 골ਡ ਮੈਡਲ ਦਿੱਤਾ ਜਾ ਰਿਹਾ ਹੈ ਜੀ। ਜੀ ਇਹ ਉਸ SIT ਦੇ ਮੁੱਖ ਮੈਂਬਰ ਰਹੇ ਨੇ ਜੀ, ਜਿਨ੍ਹਾਂ ਨੇ ਕੋਟਕਪੁਰਾ ਗੋਲੀकांड ਤੇ ਬੇਅਦਬੀ ਮਾਮਲੇ ਦੀ ਜਾਂਚ ਕੀਤੀ ਸੀ ਜੀ ਤੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਕਿਉਂਕਿ ਹਾਈ ਕੋਰਟ ਨੇ ਇਹਨਾਂ ਦੀ ਬਣਾਈ ਹੋਈ ਰਿਪੋਰਟ ਰੱਦ ਕਰ ਦਿੱਤੀ। ਇਹਨਾਂ ਦੀ ਰਿਪੋਰਟ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਬਾਕੀ ਜਿਹੜੇ ਇਹਨਾਂ ਦੇ ਸਾਥੀ ਮੈਂਬਰ ਸੀ ਉਹਨਾਂ ਨੇ ਰਿਪੋਰਟ ਦੇ ਵਿੱਚ ਕੋਈ ਯੋਗਦਾਨ ਦਿੱਤਾ ਜਾਂ ਨਹੀਂ ਦਿੱਤਾ, ਕੀ ਉਹ ਰਿਪੋਰਟ ਇਹਨਾਂ ਇਕੱਲਿਆਂ ਨੇ ਬਣਾਈ, ਇਕੱਲਿਆਂ ਨੇ ਸਾਰੀ ਜਾਂਚ ਕੀਤੀ, ਸਾਰੇ ਫੈਕਟ ਇਕੱਠੇ ਕੀਤੇ, ਬਹੁਤ ਸਾਰੇ ਸਵਾਲ ਨੇ। ਪਰ ਇਹਨਾਂ ਦਾ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਉਦੋਂ ਵੀ ਚਰਚਾ ਹੋਈ ਸੀ। ਪਹਿਲਾਂ ਇਹਨਾਂ ਨੇ ਕਿਹਾ ਕਿ ਮੈਂ ਵਕਾਲਤ ਕਰੂੰਗਾ, ਫਿਰ ਉੱਥੇ ਵਿਰੋਧ ਹੋਣ ਲੱਗਿਆ ਤੇ ਉਹ ਬਾਰ ਐਸੋਸੀਏਸ਼ਨ ਤੋਂ ਵੀ ਇਹਨਾਂ ਨੂੰ ਅਸਤੀਫਾ ਦੇਣਾ ਪਿਆ। ਫਿਰ ਇਹ ਵੀ ਚਰਚਾ ਹੋਣ ਲੱਗੀ ਕਿ ਕਿਸੇ ਪਾਰਟੀ 'ਚ ਚਲੇ ਜਾਣਗੇ, ਸਿਆਸੀ ਪਾਰਟੀ ਦੇ ਵਿੱਚ ਇਲੈਕਸ਼ਨ ਲੜਨਗੇ, ਉਹਦਾ ਵੀ ਕੋਈ ਹਾਲੇ ਪਤਾ ਇਹਨਾਂ ਨੇ ਨਹੀਂ ਖੋਲਿਆ। ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਰੀ ਨੇ, ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਐਲਾਨ ਕੀਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਜਿਹੜੇ ਪੀੜਤ ਨੇ ਬੇਅਦਬੀ ਮਾਮਲੇ ਦੇ, ਗੋਲੀकांड ਮਾਮਲੇ ਦੇ, ਉਹਨਾਂ ਪੀੜਤਾਂ ਨੂੰ ਇਨਸਾਫ ਦਿਵਾਉਣ ਵਾਸਤੇ ਆਪਣੀ ਪੂਰੀ ਵਾਹ ਲਾਈ। ਪਰ ਕੈਪਟਨ ਸਰਕਾਰ ਨੇ ਤੇ ਕੋਈ ਖਾਸ ਕਾਰਵਾਈ ਨਹੀਂ ਕੀਤੀ, ਠੋਸ ਤਰੀਕੇ ਨਾਲ ਅਦਾਲਤ ਦੇ ਵਿੱਚ ਇਹ ਮਸਲਾ ਨਹੀਂ ਰੱਖਿਆ, ਜਿਹਦੇ ਕਰਕੇ ਇਹਨਾਂ ਦੀ ਜਾਂਚ ਰਿਪੋਰਟ ਰੱਦ ਹੋ ਗਈ ਤੇ ਇਹਨਾਂ ਤੋਂ ਬਿਨਾਂ ਕੋਈ ਨਵੀਂ SIT ਬਣਾਉਣ ਦਾ ਅਦਾਲਤ ਨੇ ਆਦੇਸ਼ ਦਿੱਤਾ ਜੀ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਸਿੱਖ ਹਲਕਿਆਂ ਨੂੰ ਰਾਹਤ ਦਿਵਾਉਣ ਲਈ ਆਪਣੀ ਪੂਰੀ ਵਾਹ ਲਾਈ ਸੀ। ਅਸੀਂ ਇਹਨਾਂ ਦਾ ਪੂਰਾ ਮਾਣ ਸਨਮਾਨ ਕਰਾਂਗੇ ਤੇ ਅੱਗੋਂ ਤੋਂ ਕਿਸੇ ਤਰ੍ਹਾਂ ਦੀਆਂ ਵੀ ਸੇਵਾਵਾਂ ਲੈਣ ਦੀ ਸਾਨੂੰ ਲੋੜ ਪਏਗੀ, ਅਸੀਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀਆਂ ਸੇਵਾਵਾਂ ਆਪਣੇ ਤੌਰ ਤੇ ਲਵਾਂਗੇ। ਅੱਜ ਬਾਬਾ ਦਾਦੂਵਾਲ ਹੋਰਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੁਲਾ ਕੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ 골ਡ ਮੈਡਲ ਨਾਲ ਸਨਮਾਨ ਕੀਤਾ। ਪਰ ਦੂਜੇ ਪਾਸੇ ਹੋਰ ਵੀ ਇਹੋ ਜਿਹੀਆਂ ਜਥੇਬੰਦੀਆਂ ਸੀ ਜਿਹੜੀਆਂ ਜਥੇਦਾਰ ਦਾਦੂਵਾਲ ਹੋਰਾਂ ਦੀ ਵਿਚਾਰਧਾਰਕ ਤੌਰ ਤੇ ਵਿਰੋਧਤਾ ਕਰਦੀਆਂ ਨੇ। ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਤੇ ਦਾਦੂਵਾਲ ਹੋਰਾਂ ਦੇ ਪੁਤਲੇ ਫੂਕੇ ਕਿ ਇਹ ਡਰਾਮਾ ਕਰ ਰਹੇ ਆ। ਕਿ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਜੇ ਉਹ ਡਰਾਮਾ ਕਰ ਰਹੇ ਆ ਤੇ ਉਹ ਵੀ ਡਰਾਮਾ ਕਰ ਰਹੇ ਆ। ਮਸਲਾ ਉੱਥੇ ਦਾ ਉੱਥੇ ਆ ਕਿ 5-6 ਸਾਲ ਹੋ ਚੱਲੇ, ਉਹ ਸਾਰੀਆਂ ਘਟਨਾਵਾਂ ਵਾਪਰੀਆਂ ਨੂੰ ਸਾਰਿਆਂ ਨੂੰ ਪਤਾ, ਉਹਦੇ ਪਿੱਛੇ ਕੌਣ ਸੀ, ਕੀ ਕਾਰਨ ਸੀ। ਤੇ ਹੁਣ ਜਦੋਂ ਮੂਹਰੇ ਵੋਟਾਂ ਆ ਰਹੀਆਂ ਨੇ, ਅਗਲੇ ਸਾਲ ਵੋਟਾਂ ਲੈਣੀਆਂ ਨੇ, ਤੇ ਹੁਣ ਤਾਂ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਵੀ ਯਾਦ ਆ ਗਿਆ, ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਇਹ ਮਸਲਾ ਯਾਦ ਆ ਗਿਆ। ਅੱਜ ਧਰਨੇ ਵੀ ਮਾਰੇ ਗਏ ਇਸ ਮਸਲੇ ਨੂੰ ਲੈ ਕੇ ਕਿ ਹਾਲੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। 4 ਸਾਲ ਹੋ ਗਏ ਕੈਪਟਨ ਸਰਕਾਰ ਨੂੰ ਕਾਰਜਕਾਲ ਸਾਂਭੇ ਨੂੰ। ਉਦੋਂ ਇਹ ਮਸਲਾ ਚਰਚਾ ਦੇ ਵਿੱਚ ਜ਼ਰੂਰ ਰਹਿੰਦਾ ਰਿਹਾ ਪਰ ਇੰਨਾ ਗਰਮਾਇਆ ਨਹੀਂ ਸੀ ਜਿੰਨਾ ਹੁਣ ਇਹ ਚੱਲ ਰਹੇ ਚੋਣ ਵਰੇ ਦੇ ਵਿੱਚ ਗਰਮਾਇਆ ਹੋਇਆ ਤੇ ਵੋਟਾਂ ਦੇ ਬਿਲਕੁਲ ਨੇੜੇ ਜਾ ਕੇ ਹੋਰ ਸਿਖਰ ਤੇ ਹੋਏਗਾ ਜੀ। 9058131320 ਰਵੀ ਗੁਲਾਟੀ ਲਾਅ ਆਫਿਸ ਦੇ ਰਵਿੰਦਰਪਾਲ ਸਿੰਘ ਗੁਲਾਟੀ ਕੋਈ ਵੀ ਤਰ੍ਹਾਂ ਦਾ ਐਫੀਡੇਵਿਟ, ਸਪਾਂਸਰਸ਼ਿਪ ਲੈਟਰ, ਸਟੱਡੀ ਪਰਮਿਟ, ਵਿਲ, ਪਾਵਰ ਆਫ ਅਟਰਨੀ ਜਾਂ ਰੀਅਲ ਸਟੇਟ ਦੀ ਕਲੋਜ਼ਿੰਗ ਵਾਸਤੇ ਇੱਕ ਨਾਮ ਯਾਦ ਰੱਖਣਾ, ਰਵੀ ਗੁਲਾਟੀ ਲਾਅ ਆਫਿਸ ਦੇ ਰਵਿੰਦਰਪਾਲ ਸਿੰਘ ਗੁਲਾਟੀ 9052328700 9052328700 ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਲਡਨ ਦੇ ਵਿੱਚ ਸਥਿਤ ਨਾਰਥ ਆਫ ਮੇਫੀਲਡ। ਤਾਜ਼ੀਆਂ ਸਬਜ਼ੀਆਂ ਤੇ ਫਲ ਫੂਡ ਵਾਸਤੇ ਕਲੀਨ ਗਰੋਸਰੀ ਸਟੋਰ। ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ, ਫਰੈਸ਼ ਫੂਡ ਸੈਂਟਰ 9058432224 ਤੇ ਕਾਲ ਕੀਤਾ ਜਾ ਸਕਦਾ ਹੈ। ਜਦੋਂ ਕਰੋਨਾ ਆਇਆ ਸੀ ਉਦੋਂ ਕਾਫੀ ਡਾਕਟਰਸ ਘਰ ਬੈਠੇ ਜਿਹੜੇ ਕਹਿ ਲਓ ਘਰ ਬੈਠੇ ਵਾਲੇ ਡਾਕਟਰ ਕਾਫੀ ਨੁਸਖੇ ਦਿੱਤੇ ਸੀ ਕਿ ਆਹ ਕਰ ਲਓ, ਉਹ ਕਰ ਲਓ, ਕਈ ਤਾਂ ਪਤਾ ਨਹੀਂ ਕੀ ਤੰਤਰ ਮੰਤਰ ਕਰਕੇ ਕਿ ਇੱਦਾਂ ਹੋ ਸਕਦਾ ਜੀ, ਇੱਦਾਂ ਹੋ ਸਕਦਾ, ਇੱਦਾਂ ਠੀਕ ਹੋ ਸਕਦਾ, ਇੱਦਾਂ ਠੀਕ ਹੋ ਸਕਦਾ। ਬਟ ਇੱਕੋ ਨਾਮ ਹਲੇ ਮਿਸਿੰਗ ਸੀ, ਉਹ ਸੀ ਸਾਡਾ ਵਨ ਐਂਡ ਓਨਲੀ ਲਵ ਚਾਰਜਰ ਭਾਵ ਰਾਮ ਰਹੀਮ। ਕਹਿੰਦੇ ਉਹ ਵੀ
ਕੋਈ ਨੁਸਖੇ ਦੱਸ ਰਿਹਾ ਜੀ ਕਰੋਨਾ ਦੇ ਬਾਰੇ ਕਿੱਦਾਂ ਠੀਕ ਹੋਣਾ ਜੀ, ਉਹ ਵੀ ਕਹਿੰਦੇ ਹਕੀਮ ਬਣ ਕੇ। ਜੀ ਜੀ ਬਿਲਕੁਲ, ਜੇਲ੍ਹ ਚੋਂ ਚਿੱਠੀ ਲਿਖੀ ਆ ਆਪਣੀ ਮਾਂ ਦੇ ਨਾਮ ਦੇ ਉੱਤੇ 26 ਅਪ੍ਰੈਲ ਨੂੰ ਗੁਰਮੀਤ ਰਾਮ ਰਹੀਮ ਨੇ, ਤੇ ਉਹਦੇ ਵਿੱਚ ਉਹਨੇ ਕਈ ਸਾਰੇ ਨੁਸਖੇ ਦੱਸੇ ਨੇ ਕਿ ਕਰੋਨਾ ਤੋਂ ਬਚਣ ਵਾਸਤੇ ਕੀ ਕੀ ਕਰਨਾ ਚਾਹੀਦਾ, ਕਿਹੜੇ ਤਰੀਕੇ ਨਾਲ ਭਾਫ ਲੈਣੀ ਚਾਹੀਦੀ ਹੈ, ਉਹਦੇ ਚ ਕਿਹੜੀਆਂ ਦੇਸੀ ਚੀਜ਼ਾਂ ਨੇ। ਉਹ ਅੱਜ ਰਾਤ ਦੇ ਪ੍ਰੋਗਰਾਮ ਦੇ ਵਿੱਚ ਉਹਦੀ ਚਿੱਠੀ ਅਨੁਵਾਦ ਕਰਕੇ ਸਰੋਤਿਆਂ ਨਾਲ ਅਸੀਂ ਸਾਂਝੀ ਕਰਾਂਗੇ। ਇਨ ਸ਼ਾਰਟ ਮੈਂ ਦੱਸ ਦਿੰਦੀ ਹਾਂ ਕਿ ਉਹਨੇ ਦੱਸਿਆ ਕਿ ਇਸ ਤਰੀਕੇ ਨਾਲ ਭਾਫ ਲਓ, ਆਹ ਦੇਸੀ ਚੀਜ਼ਾਂ ਨੇ, ਇਹ ਵਿੱਚ ਪਾਓ, ਕੋਈ ਗਲਤੀ ਨਾ ਕਰੋ, ਤੇ ਅਰਦਾਸ ਕਰੋ ਕਿ ਜਿਹੜੇ ਸਤਿਗੁਰੂ ਨੇ ਉਹ ਵਿਗਿਆਨਕਾਂ ਤੇ ਡਾਕਟਰਾਂ ਦੇ ਦਿਮਾਗ ਦੇ ਵਿੱਚ ਕਰੋਨਾ ਨੂੰ ਬਚਾਉਣ ਲਈ ਕੋਈ ਰਾਹ ਦਿਖਾਉਣ, ਉਹਨਾਂ ਨੂੰ ਦਿਖਾਉਣ ਸਤਿਗੁਰੂ ਜੀ, ਤਾਂ ਕਿ ਕਰੋਨਾ ਖਤਮ ਹੋ ਜਾਏ। ਕਿ ਅਸਲ ਦੇ ਵਿੱਚ ਚਰਚਾ 'ਚ ਰਹਿਣ ਦਾ ਕੋਈ ਨਾ ਕੋਈ ਢਕਵੰਜ ਹੁੰਦਾ, ਇਹ ਵੀ ਇੱਕ ਸਿਆਸੀ ਪੈਂਤੜੇ ਹੁੰਦੇ ਆ ਇਹਨਾਂ ਦੇ, ਕਿ ਹੁਣ ਕਿੰਨੇ ਚਿਰ ਹੋ ਗਿਆ ਸੀ ਰਾਮ ਰਹੀਮ ਦੀ ਕੋਈ ਗੱਲ ਨਹੀਂ ਸੀ ਹੋਈ, ਚਲੋ ਇੱਕ ਚਿੱਠੀ ਲਿਖ ਦੋ, ਇਸ ਬਹਾਨੇ ਹੁਣ ਥੋੜੇ ਦਿਨ ਚਰਚਾ ਹੋਏਗੀ। ਆਪਾਂ ਲੋਕ ਵੀ ਕਰਦੇ ਹਾਂ, ਆਪਾਂ ਲੋਕ ਵੀ ਇਹਨਾਂ ਨੂੰ ਪਬਲਿਸਿਟੀ ਦਿੰਦੇ ਆ ਨਾ। ਉਹ ਧੰਨ ਧੰਨ ਸਤਿਗੁਰ, ਤੇਰਾ ਹੀ ਆਸਰਾ, ਤੇਰਾ ਹੀ ਆਸਰਾ, ਤੇਰਾ ਹੀ ਆਸਰਾ, ਤੇਰਾ ਹੀ ਆਸਰਾ। 905 813 1320 9058131320 ਤੇ ਕਾਲ ਕੀਤਾ ਜਾ ਸਕਦਾ ਹੈ। ਖਬਰਾਂ ਦਾ ਟਾਈਮ ਹੋ ਚੁੱਕਾ ਜੀ। ਉਸ ਤੋਂ ਪਹਿਲਾਂ ਇੱਕ ਲਾਸਟ ਖਬਰ ਦੇ ਦਿਆ ਜੀ ਕਿ ਕਿਸਾਨਾਂ ਨੇ ਜੀ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਕਹਿੰਦੇ ਕਿ ਢਾਉਣ ਗਿਰਾਉਣ ਦੀ ਕੋਸ਼ਿਸ਼ ਕੀਤੀ। ਅਮਨ ਜੀ ਫਟਾਫਟ ਇਹਦੀ ਕੀ ਖਬਰ ਹੈ ਜੀ? ਘੇਰਨ ਦੀ ਸੌਰੀ, ਹਾਂਜੀ, ਘੇਰਨ ਦੀ ਕੋਸ਼ਿਸ਼ ਕੀਤੀ। ਮੈਂ ਕਿ ਢਾਉਣ ਦੀ ਨਹੀਂ, ਘੇਰਨ ਦੀ ਕੋਸ਼ਿਸ਼ ਕੀਤੀ, ਸੌਰੀ ਘੇਰਨ ਘਿਰਾਓ ਕਰਨ ਦੀ। ਅੱਛਾ, ਇਹ ਮਸਲਾ ਹੈਗਾ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ, ਉਹਦੇ ਵਾਸਤੇ ਬਣਾਉਣ ਵਾਸਤੇ, ਹਾਈਵੇ ਬਣਾਉਣ ਵਾਸਤੇ ਜ਼ਮੀਨ ਐਕਵਾਇਰ ਕਰਨੀ ਹੈ, ਜਿਹਦੇ ਚ ਪੰਜਾਬ ਦੇ 180 ਤੋਂ 200 ਪਿੰਡਾਂ ਦੀ ਜ਼ਮੀਨ ਜਾਣੀ ਹੈ। 600 ਕਿਲੋਮੀਟਰ ਲੰਮਾ ਇਹ ਪ੍ਰੋਜੈਕਟ ਆ। ਇਹਦਾ ਕਿਸਾਨ ਵਿਰੋਧ ਕਰ ਰਹੇ ਆ। ਇਹ ਨਹੀਂ ਹੈ ਕਿ ਸਾਡੀ ਉਪਜਾਊ ਜ਼ਮੀਨ ਜਾਣੀ ਹੈ, ਇਸ ਕਰਕੇ ਉਹ ਨਹੀਂ ਬਣਨ ਦੇ ਰਹੇ। ਉਹ ਕਹਿ ਰਹੇ ਆ ਕਿ ਜਿੰਨੇ ਪੈਸੇ ਆਪਣੀ ਜ਼ਮੀਨ ਦੇ ਅਸੀਂ ਮੰਗ ਰਹੇ ਹਾਂ, ਸਾਨੂੰ ਸਰਕਾਰ ਉਹਨੇ ਪੈਸੇ ਨਹੀਂ ਦੇ ਰਹੀ, ਤੇ ਜੇ ਉਹਨੇ ਪੈਸੇ ਨਹੀਂ ਦੇਗੀ ਤਾਂ ਅਸੀਂ ਜ਼ਮੀਨ ਐਕਵਾਇਰ ਨਹੀਂ ਕਰਨ ਦਿਆਂਗੇ। ਇਸ ਮਸਲੇ ਨੂੰ ਲੈ ਕੇ ਅੱਜ ਪਟਿਆਲਾ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ। ਕੈਪਟਨ ਦਾ ਘਿਰਾਓ ਕਰਨ ਦੀ, ਉਹਨਾਂ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਰਿਹਾਇਸ਼ ਦਾ, ਤੇ ਉੱਥੇ ਪੁਲਿਸ ਨੇ ਰੋਕਿਆ, ਪੁਲਿਸ ਨੇ ਲਾਠੀਚਾਰਜ ਵੀ ਕੀਤਾ ਅੱਜ ਕਿਸਾਨਾਂ ਦੇ ਉੱਤੇ ਜੀ। ਆਓ ਫਿਰ ਹੁਣ ਖਬਰਾਂ ਦੇ ਵੱਲ ਅਮਨ ਜੀ ਅਸੀਂ ਪੇਸ਼ ਕਰਦੇ ਹਾਂ ਜੀ। ਇਸ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ ਕੋਈ ਵੀ ਤਰ੍ਹਾਂ ਦਾ ਏਅਰ ਕੰਡੀਸ਼ਨ ਘਰ ਦੇ ਵਿੱਚ ਲਗਵਾਉਣਾ ਚਾਹੁੰਦੇ ਹੋ ਜੀ 1999 ਦੇ ਵਿੱਚ ਪਲੱਸ ਟੈਕਸ ਤਾਂ ਹੋਵੇਗਾ ਜੀ, ਐਂਡ ਉਸ ਤੋਂ ਬਾਅਦ ਕੋਈ ਇੱਕ ਵੀ ਕੰਡੀਸ਼ਨ ਨਹੀਂ ਤੁਹਾਨੂੰ ਲੈਣੀ ਪਵੇਗੀ। ਤੁਸੀਂ 6 ਮਹੀਨੇ ਕੋਈ ਵੀ ਪੈਸੇ ਨਹੀਂ ਦੇਣਾ ਚਾਹੁੰਦੇ, ਨੋ ਪ੍ਰੋਬਲਮ ਜੀ। ਤਾਂ LG ਹੋਮ ਕੰਫਰਟ ਨੂੰ ਨੋ ਇੰਟਰਸਟ, ਨੋ ਅਪਫਰੰਟ ਪੇਮੈਂਟ ਵੀ ਤੁਸੀਂ ਉਹਨਾਂ ਦੇ ਸ਼ਾਮਲ ਹੋ ਸਕਦੇ ਹੋ ਜੀ। 6473003573 ਡੀਅਰ ਬੰਪਰ, ਅਲੂਮੀਨੀਅਮ ਬੰਪਰ, ਡੀਜ਼ਲ ਟੈਂਕ ਲਗਵਾ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਮਿਠਾਰੂ ਵੈਲਡਿੰਗ ਸਰਵਿਸ ਦੇ ਸਨੀ ਅਤੇ ਸੁਖਵਿੰਦਰ ਮਿਠਾਰੂ ਜੀ ਨੂੰ ਕਾਲ ਕਰ ਸਕਦੇ ਹੋ। 6474606355 ਤੇ ਤੁਸੀਂ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਰਿਟਸ ਫਰਨੀਚਰ ਪਲਾਨ ਤੋਂ ਰੋਹਿਤ ਜੀ ਇਸ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ। 5200 ਡਿਕਸੀ ਰੋਡ, ਡਿਕਸੀ ਐਂਡ ਮੈਥਸਨ ਦੀ ਇੰਟਰਸੈਕਸ਼ਨ ਤੇ ਸਥਿਤ 9052327489। ਸਿੰਡੀ ਰੈਨੋਵੇਸ਼ਨ ਦੇ ਰਾਜ ਬਾਈ ਜੀ ਨੂੰ ਕਾਲ ਕਰ ਸਕਦੇ ਹੋ। ਕੋਈ ਵੀ ਤਰ੍ਹਾਂ ਦਾ ਸਿਟੀ ਦਾ ਕੰਮ ਵਰਕ ਤੁਸੀਂ ਕਰਾਉਣਾ ਚਾਹੁੰਦੇ ਹੋ, ਬੇਸਮੈਂਟ ਲੀਗਲ ਬਣਾਉਣਾ ਚਾਹੁੰਦੇ ਹੋ ਤਾਂ ਰਾਜ ਜੀ ਨੂੰ ਕਾਲ ਕਰ ਸਕਦੇ ਹੋ। 4167218687 ਕਰਾਊਨ ਫਲੋਰਸ ਐਂਡ ਡੈਕੋਰ। ਕੋਈ ਵੀ ਤਰ੍ਹਾਂ ਦੇ ਲੈਮੀਨੇਟ, ਹਾਰਡਵੁੱਡ ਟਾਇਲਸ ਤੁਸੀਂ ਲਗਵਾਉਣਾ ਚਾਹੁੰਦੇ ਹੋ, ਡੈਕੋਰ ਦਾ ਸਮਾਨ ਲੈਣਾ ਚਾਹੁੰਦੇ ਹੋ ਤਾਂ 9057962555। ਆਲ ਲਿੰਕ ਟਰੈਵਲ ਤੋਂ ਵੀਰ ਦਵਿੰਦਰ ਜੀ ਇਸ ਨਿਊਜ਼ ਨੂੰ ਸਪਾਂਸਰ ਕਰ ਰਹੇ ਹਨ ਜੀ। ਕਿਸੇ ਵੀ ਤੁਸੀਂ ਮੁਲਕ ਦੇ ਵਿੱਚ ਜਾਣਾ ਚਾਹੁੰਦੇ ਜੋ ਕੈਨੇਡਾ ਅਲਾਉ ਕਰ ਰਿਹਾ ਹੈ ਜੀ, ਤੁਸੀਂ ਕਾਲ ਕਰ ਸਕਦੇ ਹੋ ਬਾਈ ਦਵਿੰਦਰ ਜੀ ਨੂੰ। ਨੰਬਰ 9054571100 ਤੁਸੀਂ ਕਾਲ ਕਰ ਸਕਦੇ ਹੋ। ਸਟੀਫਨਸ ਫਰਨੀਚਰ ਦੇ ਜਸ ਜੀ 2575 ਸੀਲਸ ਐਵਨਿਊ ਈਸਟ 6 ਮਾਰਕੋਨੀ ਕੋਰਟ ਇਨ ਬੋਲਟਨ। ਐਵਰੀ ਸੰਡੇ ਸਾਡੇ ਨਾਲ ਹਾਜ਼ਰ ਹੁੰਦੇ ਨੇ, ਏਸ਼ੀਅਨ ਵਿਜ਼ਨ ਦੇ ਵਿੱਚ ਲਾਈਵ ਤੁਹਾਨੂੰ ਦਿਖਾਉਂਦੇ ਨੇ ਜੀ ਸਟੀਫਨਸ ਫਰਨੀਚਰ। ਐਂਡ ਚਸਕਾ ਚਾਟੀ ਅਚਾਰ ਅੱਜ ਸ਼ਾਮ ਨੂੰ 5 ਲੱਕੀ ਡਰਾ ਕੱਢੇ ਜਾ ਰਹੇ ਨੇ $100 ਦੇ। ਸੋ ਅੱਜ ਸ਼ਾਮ ਨੂੰ ਜਿਨ੍ਹਾਂ ਨੇ ਵੀ ਚਸਕਾ ਚਾਟੀ ਅਚਾਰ ਤੇ ਹਾਲੇ ਤੱਕ ਨਹੀਂ ਆਪਣੇ ਨਾਮ ਸ਼ਾਮਲ ਕੀਤੇ ਜ਼ਰੂਰ ਸ਼ਾਮਲ ਕਰੋ। ਅੱਜ ਰਾਤ ਨੂੰ 8 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ 5 ਲੱਕੀ ਡਰਾਸ ਜੋ ਕਿ $100 ਦਿੱਤੇ ਜਾ ਰਹੇ ਨੇ। ਚਸਕਾ ਚਾਟੀ ਅਚਾਰ, ਵੈਜ ਨਾਨ ਵੈਜ ਦਾ ਅਚਾਰ। ਕਾਲ ਕਰ ਸਕਦੇ ਹੋ 6478325109। ਸੋ ਆਓ ਫਿਰ ਹੁਣ ਤੁਹਾਨੂੰ ਲੈ ਚੱਲਿਆ ਜੀ ਪੰਜਾਬ, ਜਿੱਥੇ ਅੱਜ ਦੀਆਂ ਮੁੱਖ ਅਤੇ ਖਾਸ ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਨੇ ਅਮਨ ਜੀ। ਇੱਕ ਵਾਰੀ ਫਿਰ ਦੱਸ ਦਈਏ ਕਿ ਅਰਸ਼ ਚਾਵਲਾ ਕੋਲ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਲੋਟ ਕੱਟੇ ਹੋਏ ਸਾਨੂੰ ਆਏ ਨੇ M2 ਜ਼ੋਨਿੰਗ ਵਾਲੇ। ਕਿੱਥੇ ਨੇ ਇਹ? ਲੰਡਨ ਅਤੇ ਵਿੰਜ਼ਰ ਦੇ ਵਿਚਕਾਰ। ਪ੍ਰਾਈਸ ਅੰਡਰ $1 million ਐਂਡ ਏਕੜ 2 ਏਕੜ ਤੋਂ ਥੋੜੇ ਜਿਹਾ ਜ਼ਿਆਦਾ
ਇਹ ਜ਼ਮੀਨ ਹੈ, ਤੁਸੀਂ ਕੋਈ ਵੀ ਤਰ੍ਹਾਂ ਦਾ ਟਰੱਕਿੰਗ ਦਾ ਟਰਮੀਨਲ ਪਾਰਕ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਰਿਲੇਟਡ ਇਨਟੂ ਟਰੱਕਿੰਗ ਇੰਡਸਟਰੀ ਬਣਾ ਸਕਦੇ ਹੋ। ਖੁੱਲੀ ਜ਼ਮੀਨ ਐਂਡ 2-2 ਏਕੜ ਦੇ ਲੋਟ ਕੱਟੇ ਹੋਏ ਤੁਸੀਂ ਇਸ ਨੂੰ ਲੈਣਾ ਚਾਹੁੰਦੇ ਹੋ ਜੀ, ਸਾਨੂੰ ਕਾਲ ਕੀਤਾ ਜਾ ਸਕਦਾ ਹੈ 416 303 1515 416 303 1515 ਤੇ ਕਾਲ ਕੀਤਾ ਜਾ ਸਕਦਾ ਹੈ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਰੰਗਲਾ ਪੰਜਾਬ ਦੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੁਝ ਚੋਣ ਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਭਾਰਤ ਉੱਤੇ ਪਈ ਕਰੋਨਾ ਦੀ ਮਾਰ ਪੂਰੀ ਦੁਨੀਆ ਲਈ ਚੁਣੌਤੀ ਬਣਦੀ ਜਾ ਰਹੀ ਹੈ। WHO ਨੇ ਭਾਰਤ ਦੀ ਮਿਸਾਲ ਦਿੰਦਿਆਂ ਦੁਨੀਆ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਜੇ ਜ਼ਰਾ ਜਿੰਨੀ ਵੀ ਲਾਪਰਵਾਹੀ ਵਰਤੀ ਤਾਂ ਫਿਰ ਭਾਰਤ ਵਰਗੇ ਹਾਲਾਤ ਹੋ ਜਾਣਗੇ। WHO ਦੇ ਹਾਂਸ ਕਲੂਗੇ ਨੇ ਇਹ ਚੇਤਾਵਨੀ ਦਿੱਤੀ ਹੈ। इधर भारत में पिछले 24 घंटिया कोरोना के 3,86,000 तो ज्यादा नवे केस आए ने। अज सवेरे 6 बजे जारी आंकड़िया अनुसार 3,498 मरीजों की जांच चली गई। पंजाब च कल 6,812 नवे केस आए, 138 लोगों की मौत हो गई, जिन्हों में 2 गर्भवती औरतां भी शामिल ने। चंडीगढ़ की बुड़ैल जेल के 2 दर्जन के करीब कैदियों की रिपोर्ट पॉजिटिव पाई गई है, जिन्होंने हस्पताल दाखिल करवाया गया है। जेल स्टाफ के भी हुण कोरोना टैसट हो रहे हैं। ਤੇ ਦਿੱਲੀ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੇ ਖਰਾਬ ਹੁੰਦੇ ਹਾਲਾਤ ਦਰਮਿਆਨ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੋਇਬ ਇਕਬਾਲ ਨੇ ਦਿੱਲੀ ਹਾਈ ਕੋਰਟ ਤੋਂ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕੀਤੀ ਹੈ। ਸ਼ੋਇਬ ਇਕਬਾਲ ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਦਿੱਲੀ 'ਚ ਮਰੀਜ਼ਾਂ ਨੂੰ ਨਾ ਦਵਾਈ ਮਿਲ ਰਹੀ ਹੈ, ਨਾ ਹਸਪਤਾਲ ਤੇ ਨਾ ਆਕਸੀਜਨ। ਮੈਨੂੰ ਦੁੱਖ ਹੋ ਰਿਹਾ ਹੈ ਕਿ ਅਸੀਂ ਕਿਸੇ ਦੀ ਮਦਦ ਨਹੀਂ ਕਰ ਪਾ ਰਹੇ। ਮੈਂ 6 ਵਾਰ ਤੋਂ ਵਿਧਾਇਕ ਹਾਂ ਪਰ ਕੋਈ ਸਾਡੀ ਸੁਣਦਾ ਨਹੀਂ। ਮੈਂ ਇਹੀ ਚਾਹਾਂਗਾ ਕਿ ਦਿੱਲੀ ਹਾਈ ਕੋਰਟ ਤੁਰੰਤ ਇੱਥੇ ਰਾਸ਼ਟਰਪਤੀ ਸ਼ਾਸਨ ਲਾਵੇ, ਨਹੀਂ ਤਾਂ ਸੜਕਾਂ ਉੱਤੇ ਲਾਸ਼ਾਂ ਵਿਛ ਜਾਣਗੀਆਂ। दिल्ली के उप राज्यपाल अनिल बैजल भी कोरोना की लपेट च आ गए ने। उन्होंने ट्वीट करके जानकारी दी है कि मैं कोरोना नाल पीड़ित हो गया हाँ, हल्के लक्षण हैं, मैं एकांतवास से चला गया, अपने घर तो ही काम जारी रखांगा और दिल्ली च हालात उत्ते नज़र रखांगा। उप राज्यपाल ने पिछले महीने कोरोना रोकू टीके की पहली खुराक भी ली थी। कोरोना के बढ़ते कहर नूं वेखदिआं हरियाणा के 9 ਜ਼ਿਲ੍ਹਿਆਂ पंचकूला, गुड़गांव, फरीदाबाद, हिसार, सोनीपत, रोहतक, करनाल, सिरसा और फतेहाबाद में अज रात 10 बजे तो सोमवार सवेरे 5 बजे तक तालाबंदी रहेगी। जरूरी सेवावां नूं छूट है। कल हरियाणा 13,947 नवे मामले आए तो 97 लोगों ने जान दे दी। यूपी के बागपत की शूटर दादी चंद्रो तोमर का कोरोना नाल देहांत हो गया है। वो मेरठ के हस्पताल च दाखिल सी। चंद्रो तोमर ने जदों निशानेबाजी को अपनाया उदों उन्हां दी उम्र 60 साल तो वधेरे सी। कई कौमांतरी मुकाबले जिते उन्हां ते एक फिल्म भी बनाई गई। वो विश्व की सब तो ज्यादा उम्र वाली निशानेबाज सी। आज तक चैनल के न्यूज़ एंकर रोहित सरदाना का दिल का दौरा पैण नाल मौत हो गई। वो कोविड पीड़ित भी सन ते कल मैट्रो हस्पताल च उन्हां नूं दाखिल कराया गया सी। 42 साला रोहित की मौत उत्ते मीडिया जगत विच सोग की लहर है। साबका अटारनी जनरल सोली सराबजी का भी कोरोना कारण देहांत हो गया। उन्हां दी उम्र 91 साल सी। कोरोना संकट में सियासी रैलियां बंद ना कराउण करके मद्रास हाई कोर्ट की झाड़ तो बाद चोण कमिशन ने विधान सभा चोणां च पईआं वोटां की गिणती तो बाद जेतू जलूस कड्ढण ते बेशक पाबंदी ला दी, पर चोण कमिशन ने हाई कोर्ट नूं मीडिया की रिपोर्टिंग ते रोक लाउण दी हुण अपील की है। चोण कमिशन ने पटीशन च कहा है कि हाई कोर्ट दीआं जुबानी टिप्पणियां दीआं मीडिया रिपोर्टां करके वो परेशान हो रहे ने। इन्हां रिपोर्टां ने चोण कमिशन के अक्स नूं धुंधला कर दिता है, इस करके मीडिया च मामले की रिपोर्टिंग रोकी जावे। दस दईए कि खबरों के इस बुलेटिन होरां दे नाल उत्तरी अमरीका विच मशहूर कारामिना ट्रकों की बॉडी बक्स का जाणिया पछाणिया नाम कोआ पाटू बॉडी शॉप के कुलदीप सिंह ते जुगराज सिंह वालों भी स्पॉन्सर किया जाता है। इन्हों का फोन नंबर है 905 671 3647। टॉप चॉइस इलेक्ट्रॉनिक 60 इंटरमोडल ड्राइव एट एयरपोर्ट रोड, जिन्हों का फोन नंबर है 905 799 0045 वालों भी खबरां स्पॉन्सर की जांदियां ने। हुण पेश ने बाकी खबरां। चल रहे किसानी अंदोलन के उत्साहित माहौल में कर्जे करके खुदकुशियां का रुझान भी जारी है। बठिंडा जिले के पिंड जसी बागवाली के 35 साला किसान कुलवंत सिंह ने स्प्रे पी के जान दे दी। उसके सिर ते 8 लाख रुपए का कर्जा सी। इस बार कणक की फसल भी चंगी नहीं सी हुई। अज सवेरे करीब 6 बजे उसने खेत जाके स्प्रे पी ली। मुतबरा ने उसके परिवार का कर्जा मुआफ करके वित्तीय मुआवजा देने की सरकार को मंग की है। नवजोत सिंह सिद्धू ते कैप्टन अमरिंदर सिंह के काटो कलेश में होर कांग्रेसी आगू भी शामिल हो रहे हैं। बीते दिन सुंदर श्याम अरोड़ा ने कहा कि सिद्धू ते प्रगट सिंह नूं कैप्टन के खिलाफ जनतक तौर पर नहीं बोलना चाहिए। हुण साधु सिंह धर्मसोत ने कहा है कि जे सिद्धू नूं साडी पार्टी सही नहीं लगती तो वह किसी होर पार्टी चले जाण जां अपनी पार्टी बना के प्रधान बन जाण। कांग्रेस में रहिंदिआं जो बॉस है उसकी सबनूं इज्जत करनी पवेगी। तृप्त रजिंदर बाजवा ने कहा कि सानू अपनी पार्टी नूं परिवार वांग ही समझना चाहिए है। सुख सरकारिया ने कहा कि नवजोत सिद्धू नूं सिर्फ अहुदे दा लालच है, उसनूं पार्टी के मुद्दों तो कोई लेना देना नहीं। हुण उड़ीकिया जा रहा है कि नवजोत सिंह सिद्धू इस बोल बुलारे का की जवाब देंगे।
ਅਸੀਂ ਕੋਈ ਚੋਣਵੀਆਂ ਖਬਰਾਂ ਭੁੱਲ ਚੁੱਕੇ ਲਿਖੀਆਂ ਦੇ ਚਾਚੇ ਖਾਂ ਫਿਰ ਹਾਜ਼ਰ ਹੋਵਾਂਗੇ। ਦੇਖਦੇ ਸੁਣਦੇ ਰਹਿਣਾ ਰੰਗਲਾ ਪੰਜਾਬ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।